ਇਹੋ ਜਿਹਾ ਇਸਲਾਮ ਹੈ ਜਿਹਦੇ 'ਚ ਨਾ ਕੋਈ ਕਾਫਰ ਹੈ ਤੇ ਨਾ ਕੋਈ ਇਸਲਾਮੋਂ ਨਿਕਲਿਆ। ਸਾਰੇ ਸਾਡੇ ਮੁਸਲਮਾਨ ਭਾਈ ਆ ਤੇ ਵੱਧ ਤੋਂ ਵੱਧ ਮੁਸਲਮਾਨ ਆ, ਸਿਰਫ ਆਪੋ ਆਪਣੀ ਸਮਝ ਹੈ। ਉਹ ਸਮਝ ਪਾ ਕਾਫਰ ਹੋ ਜਾਂਦਾ। ਇੱਕ ਆਦਮੀ ਆਂਦਾ ਕੁਰਾਨ ਮਜੀਦ ਦੀ ਆਇਤ ਦਾ ਮਤਲਬ ਹੈ, ਦੂਜਾ ਆਂਦਾ ਮੈਂ ਕੁਰਾਨ ਨੂੰ ਚੁੰਮਦਾ। ਉਹ ਕਾਫਰ ਦੇ ਤਦ ਹੋਵੇ ਜੇ ਪ੍ਰੀਤ ਕਵੇ ਮੈਂ ਇਸ ਕਿਤਾਬ ਨੂੰ ਨਹੀਂ ਮੰਨਦਾ। ਜਿਹੜਾ ਆਂਦਾ ਬਿਸਮਿਲ੍ਲਾ ਯਾਰ ਪਰ ਇਹਦਾ ਅਰਬੀ 'ਚ ਵੀ ਮਾਨਾ ਬਣਦਾ ਮੇਰੇ ਖਿਆਲ 'ਚ ਇਹ ਹੈ। ਦੂਜਾ ਆਂਦਾ ਕਿਉਂ ਉਹਨੂੰ ਕਾਫਰ ਆਉਂਦੇ? ਉਹ ਸਮਝ ਅਗਰ ਤੁਸੀਂ ਉਹਨੂੰ ਸਮਝਾ ਸਕਦੇ ਜੋ ਤੁਹਾਡੇ ਨਾਲ ਰੱਜ ਹੈ, ਨਹੀਂ ਤਾਂ ਉਹਨੂੰ ਆਪਣੇ 'ਤੇ ਰਹਿਣ ਦੇ। ਕੁਰਾਨ ਮਜੀਦ 'ਚੋਂ ਜਦੋਂ ਦੱਸਦੇ ਇਬਾਰਤ 'ਤੇ ਅਰਬੀ ਕੋਈ ਔਲਾ ਮਸਤੁਮ ਨਿਸਾ, ਵਜ਼ੂ ਦਾ ਮਸਲਾ ਜਦੋਂ ਆਉਂਦਾ ਉਸੇ ਆਉਂਦਾ ਕਿ ਜਬ ਔਰਤੋਂ ਕੋ ਤੁਮ ਛੂਓ, ਲਫ਼ਜ਼ ਛੂਓ ਦਾ। ਹੁਣ ਇਮਾਮ ਸ਼ਾਫੀ ਰਹਿਮਤੁल्लाह ਅਲੈਹ ਇਸ 'ਤੇ ਹੋਗਾ ਕਿ ਬਾਲਿਗ ਔਰਤ ਨੂੰ ਭਾਵੇਂ ਉਹ ਬੇਟੀ ਹੈ ਭਾਵੇਂ ਮਾਂ, ਕੋਈ ਵੀ ਖਿਆਲ ਨਹੀਂ, ਨੰਗੇ ਬਦਨ ਨੂੰ ਹੱਥ ਲੱਗ ਗਿਆ ਵਜ਼ੂ ਤੋਂ ਬਾਅਦ ਵਜ਼ੂ ਟੁੱਟ ਗਿਆ। ਕੁਰਾਨ ਨੇ ਆਖਿਆ ਕਿ ਔਰਤ ਨੂੰ ਛੂ ਲਿਆ। ਉਹਨਾਂ ਨੂੰ ਝੂਠਾ ਨਹੀਂ ਆਖ ਸਕਦੇ, ਬਿਲਕੁਲ ਲਫ਼ਜ਼ ਛੂ ਦਾ ਲਿਖਿਆ। ਇਮਾਮ ਅਬੂ ਹਨੀਫਾ ਰਹਿਮਤੁल्लाह ਅਲੈਹ ਦੂਜਿਆਂ ਨੇ ਆਖਿਆ ਮੰਨਨੇ ਅਸੀਂ ਵੀ ਛੂਣਾ ਲਿਖਿਆ, ਮਗਰ ਹਰ ਬਾਲਗ ਆਦਮੀ ਸਮਝਦਾ ਵੀ ਛੂਣਾ ਜਿਹੜਾ ਕੀ ਹੁੰਦਾ, ਇਹੋ ਜਿਹਾ ਛੂਣਾ ਕੋਈ ਨਹੀਂ, ਬੈਵੇਂ ਹੱਥ ਲੱਗ ਗਿਆ ਕਿਤੇ ਉਹ ਹੋਰ ਗੱਲ ਹੈ ਜਿਹਨੂੰ ਲੋਕ ਜਾਣਦੇ ਵੀ ਸ਼ਾਬਤ ਵਾਲਾ ਆਪਸ ਮਿਲਣ ਜੁਲਣ ਨੂੰ ਆਉਂਦੇ, ਉਹਦੇ ਨਾਲ ਵਜ਼ੂ ਟੁੱਟਦਾ। ਇਹ ਦੋ ਖਿਆਲ ਹੋ ਗਏ ਦੋਏ ਇਮਾਮਾਂ ਦੇ, ਆਪਣੀ ਆਪਣੀ ਜਾਂ ਦੋਵੇਂ ਸੱਚੇ। ਬਾਕੀ ਕਦੀ ਰਾਹ ਦੇ ਇਸ਼ਾਰੇ 'ਚ ਵੀ ਆਖੀ ਦੇਖਦਾ ਕੁਰਾਨ ਚਾਹੁੰਦਾ ਹੈ ਦੇ ਦਿਨਾਂ ਔਰਤ ਕੇ ਕਰੀਬ ਨਾ ਜਾਓ। ਹੁਣ ਕਰੀਬ ਦਾ ਵੀ ਮਾਵਾਂ ਲਿਆ ਬੈਠਾ ਆਪਣਾ ਸਰੀਰ ਨਾਲ ਆ ਬੈਠਾ, ਇਹ ਕਰੀਬ ਹੀ ਹੈ। ਇਹ ਕਰੀਬ ਉਹ ਆ ਜਿਹਨੂੰ ਲੋਕ ਇਸ਼ਾਰੇ ਦੇ ਤੌਰ ਸਮਝਦੇ। ਇਮਾਮ ਅਬੂ ਹਨੀਫਾ ਰਹਿਮਤੁल्लाह ਇਸ਼ਾਰਾ ਸਮਝਦੇ ਆ, ਕਿਨਾਇਆ ਕਿ ਦਰ ਪਰਦਾ ਗੱਲ ਕੀਤੀ ਰੱਬ ਨੇ, ਉਹ ਉਹਨੂੰ ਸਾਫ਼ ਸਿੱਧਾ ਮਨ 'ਚ ਲੈਂਦੇ ਆ ਕਿ ਨਹੀਂ ਛੂ ਗਿਆ ਬਸ ਬਾਲਗ ਔਰਤ ਨੂੰ ਵਜ਼ੂ ਗਿਆ। ਇਹ ਮਿਸਾਲ ਦਿੱਤੀ ਤੁਹਾਨੂੰ ਕਿ ਇਸਲਾਮ 'ਚ ਅਗਰ ਸਮਝ ਫਰਕ ਪੈਦਾ ਹੋ ਜਾਂਦਾ, ਚੜ੍ਹਦੇ ਲਹਿੰਦੇ ਦੀਨ ਜਾਣਾ ਸੀ। ਕਿਸੇ ਦੀ ਸਮਝ ਥੋੜ੍ਹੀ ਕਿਹੜੀ ਬਹੁਤੀ, ਇੱਥੇ ਕਿਉਂ ਅੱਲਾ ਦਾ ਰਸੂਲ ਪਾਬੰਦੀ ਲਾ ਦਿੰਦਾ ਵਿਆਹ ਇਸਲਾਮ ਤੋਂ ਨਿਕਲ ਜਾਣਾ? ਖੁਦ ਰਸੂਲ ਕਰੀਮ ਅਲੈਹਿਸਸਲਾਮ ਦੀ ਮੌਜੂਦਗੀ 'ਚ ਮਸਲਾ ਹੈ ਅਤੇ ਆਪ ਨੇ ਇਹ ਸਲੀਮ ਰਿਆਲ ਹਦੀਸਾਂ ਦਾ ਵੀ ਮੁੱਢ ਬੰਨ੍ਹ ਦਿੱਤਾ ਅਤੇ ਹਨਫੀਆਂ ਦਾ ਵੀ ਮੁੱਢ ਬੰਨ੍ਹਤਾ। ਫੈਸਲਾ ਕੁਛ ਨਾ ਸੁਣਾਇਆ ਕਿ ਜੰਗ ਖੰਦਕ ਖਤਮ ਹੋਈ, ਜਿਬਰੀਲ ਅਲੈਹਿਸਸਲਾਮ ਉਤਰੇ ਕਿ ਹਜ਼ੂਰ ਹਥਿਆਰ ਨਾ ਉਤਾਰੋ। ਇਹ ਯਹੂਦੀ ਕਬੀਲਾ ਜਿਹੜਾ ਇੱਕ ਰਹਿ ਗਿਆ ਸੀ ਨਾ ਮਦੀਨੇ, ਇਹਨਾਂ ਨੇ ਵਕਤ ਸਿਰ ਗੱਦਾਰੀ ਕੀਤੀ, ਵਾਅਦੇ ਤੋਂ ਫਿਰ ਗਏ ਔਰ ਜਿਹੜੇ ਲੋਕ ਬਾਹਰੋਂ ਆਏ ਸੀ ਉਹਨਾਂ ਨਾਲ ਲੱਗੇ। ਅਗਰ ਇਹ ਸਾਜ਼ਿਸ਼ ਕਾਮਯਾਬ ਹੋ ਜਾਂਦੀ, ਤੁਸੀਂ ਖੰਦਕ 'ਤੇ ਪਹਿਰਾ ਦਿੰਦੇ ਰਹਿ ਜਾਂਦੇ, ਇਹ ਤੁਹਾਡੇ ਬਾਲ ਬੱਚੇ ਜਿਹੜੇ ਸੀ ਉੱਤੇ ਪੈ ਜਾਂਦੇ ਮਾਰ ਦਿੰਦੇ। ਬਾਕੀ ਹਾਲਾਤ ਐਸੇ ਜਾਨ ਸੰਗ 'ਚ ਆ ਗਏ। ਅਤੇ ਹੁਣ ਕੀ ਬਣੇ? ਆਪ ਨੇ ਬੰਦਾ ਭੇਜਿਆ ਬਜਾ ਕੇ ਪਤਾ ਕਰੋ ਇਹ ਖਬਰ ਸੱਚੀ ਹੈ ਕਿ ਉਹ ਆਪਣੇ ਵਾਅਦੇ ਤੋਂ ਫਿਰ ਗਏ। ਅਤੇ ਕਾਫਰਾਂ ਨੇ ਉਹਨਾਂ ਨੂੰ ਇਹ ਸਮਝਾ ਲਿਆ ਵੀ ਆਹ ਮੌਕਾ ਮੁੜ ਕੇ ਨਹੀਂ ਆਉਣਾ, ਅਸੀਂ ਮਸੀਂ ਇੰਨੀ ਦੁਨੀਆ ਇਕੱਠੀ ਕਰਕੇ ਲੈ ਆਏ ਮਦੀਨੇ ਦੀ ਇੱਟ ਨਾਈਟ ਵਜਾ ਦੇਣੀ। ਇਸੇ ਤੋਂ ਗ਼ਜ਼ਵਾ ਅਹਜ਼ਾਬ ਆਉਂਦੇ ਹਨ, ਬੇਸ਼ੁਮਾਰ ਲਸ਼ਕਰ, ਇੱਕ ਨਾ ਆਏ ਕਾਫਰ ਮੱਕੇ ਦੇ, ਦੁਨੀਆ ਇਕੱਠੀ ਹੋ ਗਈ। ਤਦੇ ਖੰਦਕ ਖੋਦਣੀ ਪਈ। ਇਹ ਵਿੱਚ ਸੀ ਸ਼ਹਿਰ, ਇਹਨਾਂ ਨਾਲ ਵਾਅਦਾ ਸੀ ਵੀ ਤੁਸੀਂ ਸਾਨੂੰ ਕੁਛ ਨਹੀਂ ਆਗੇ, ਬਿਲਕੁਲ ਇੱਕ ਸਮਝਦਾ ਕਸਮ ਸੀ ਕਾਦੀ, ਮਗਰ ਇਹ ਫਿਰ ਗਏ। ਕਾਫਰਾਂ ਨੇ ਆਖਿਆ ਛੱਡੋ ਇਹੋ ਜਿਹੀਆਂ ਕਸਮਾਂ, ਅੰਦਰੋਂ ਤੁਸੀਂ ਪੈ ਜਾਓ, ਬਾਹਰੋਂ ਅਸੀਂ ਬਿਨੇ ਤਬਾਹ ਕਰ ਦਿੱਤੇ। ਨਬੀ ਅਲੈਹਿਸਸਲਾਮ ਨੇ ਬੰਦਾ ਭੇਜਿਆ ਵੀ ਪਤਾ ਕਰੋ ਖਬਰ ਸੱਚੀ, ਅਤੇ ਆਖਿਆ ਦੱਸਿਓ ਨਾ ਆਮ ਲੋਕਾਂ 'ਚ ਆ ਕੇ ਵੀ ਫਿਰ ਗਿਆ, ਕੰਮ ਖਰਾਬ ਹੋ ਗਿਆ, ਮਦੀਨਾ ਸ਼ਰੀਫ ਬਹੁਤ ਖਤਰੇ 'ਚ ਗਿਰ ਗਿਆ, ਮੈਨੂੰ ਸਿਰਫ ਦੱਸਣਾ ਅਤੇ ਰਾਜ਼ ਨਾ ਦੱਸਣਾ। ਬੰਦੇ ਗਏ, ਉਹਨਾਂ ਨੇ ਜਾ ਕੇ ਪੁੱਛਿਆ, ਉਹਨਾਂ ਕਿਹਾ ਨਹੀਂ ਸਾਡਾ ਕੋਈ ਵਾਅਦਾ ਨਹੀਂ, ਅਸੀਂ ਹੁਣ ਜੋ ਚਾਹੇ ਤੁਹਾਡੇ ਮੁਸਲਮਾਨਾਂ ਨਾਲ ਕਰਾਂ। ਉਹ ਆਏ ਵਾਪਸ, ਉਹਨਾਂ ਨੇ ਹਜ਼ੂਰ ਨੂੰ ਆ ਕੇ ਆਖਿਆ ਰੇਲ ਔਰ ਜ਼ਕਵਾਨ, ਇਹ ਦੋ ਕਬੀਲੇ ਪਹਿਲਾਂ ਸੀ ਜਿਹੜੇ ਮੁਸਲਮਾਨ ਹੋਏ, ਫਿਰ ਚਲੇ ਗਏ। ਹਜ਼ੂਰ ਦੇ ਬੈਤੁਲ ਮਾਲ ਦੇ ਜਿਹੜੇ ਚਰਵਾਹੇ ਸੀ ਕਤਲ ਕੀਤੇ, ਊਂਠ ਠੇਕ ਕੇ ਲੈ ਗਏ, ਉਹਨਾਂ ਚਰਵਾਹਾਂ ਦੇ ਹੱਥ ਪੈਰ ਵੱਢੇ। ਉਹਨਾਂ ਆਖਿਆ ਬਸ ਉਹੀ ਹਾਲ ਹੋ ਗਿਆ ਜੋ ਕਬੀਲਿਆਂ ਨੇ ਕੀਤੀ ਸੀ ਉਹੀ। ਉਹ ਅੱਲਾਹ ਤਾਲਾ ਫਰਮਾਉਂਦਾ ਮੈਂ ਮਦਦ ਨਾ ਅਗਰ ਕਰਦਾ ਤੇ ਬਸ ਤਬਾਹੀ ਹੋ ਗਈ। ਇੱਥੋਂ ਤੱਕ ਬਾਲਾਗਾਤਿਲ ਕੁਲੂਬੁਲ ਹਨਾਜਰਾ, ਜਾਨ ਸੰਗ 'ਚ ਆ ਗਈ, ਮੁਸਲਮਾਨਾਂ ਦਾ ਜੀਣ ਦਾ ਹਾਲ ਕੋਈ ਨਾ ਰਹਿ ਗਿਆ। ਅਤੇ ਅੱਲਾ ਨੇ ਫਿਰ ਇਹਨੇ ਜ਼ੋਰ ਦੀ ਆਂधी ਛੱਡੀ, ਇੰਨੀ ਹਵਾ ਤੇਜ਼ ਛੱਡੀ ਕਿ ਉਹਨਾਂ ਦੇ ਖੈਮੇ ਉਖੜ ਗਏ, ਦੇਗਾਂ ਉਲਟ ਗਈਆਂ, ਘੋੜਿਆਂ ਦੇ ਕਿਲੇ ਪੱਟੇ ਗਏ। ਅਬੂ ਸੁਫਿਆਨ ਨੂੰ ਐਲਾਨ ਕਰਨਾ ਪੈ ਗਿਆ ਯਾਰ ਅਜ਼ਾਬ ਆ ਗਿਆ, ਨੱਠਣ ਦੀ ਕਰੋ। ਅੱਲਾਹ ਤਾਲਾ ਕਹਿੰਦਾ ਮੈਂ ਮੋਮਨਾਂ ਲਈ ਕਾਫੀ ਹੋ ਗਿਆ ਤੇ ਤੁਹਾਡੀ ਮਦਦ ਕਰਦੀ, ਵਰਨਾ ਕੋਈ ਹਾਲ। ਉਹਨਾਂ ਨੇ ਆ ਕੇ ਵੀ ਜਿਹੜਾ ਸੀ ਤਰੀਕੇ ਨਾਲ ਗੱਲ ਸਮਝਾਈ। ਤਾਂ ਐਸਾ ਦੀਨ ਜਦੋਂ ਰਸੂਲਾਂ ਨੇ ਫਿਰ ਹੁਕਮ ਆਇਆ ਵੀ ਉਹਨਾਂ ਦੇ ਖਿਲਾਫ ਚੜਾਈ ਕਰੋ, ਇਹ ਜਿਹੜੇ ਹੈ ਨਾ ਬਗਲ ਦੇ ਸੱਪ ਯਹੂਦੀ, ਇਹਨਾਂ ਦਾ ਖਾਤਮਾ ਕਰੋ। ਆਪ ਨੇ ਜਿਸ ਚੜਾਈ ਦਾ ਇਰਾਦਾ ਕੀਤਾ ਤੇ ਸਾਥੀਆਂ ਨੂੰ ਕਹਿ ਦਿੱਤਾ ਵੀ ਕੋਈ ਘਰਾਂ ਨਾ ਜਾਓ, ਇੰਨੇ ਹਥਿਆਰ ਬਣੇ ਨਾ, ਨਮਾਜ਼ ਅਸਰ ਸਿਵਾਏ ਬਨੂ ਕੁਰੈਜ਼ਾ ਦੇ ਕਿਸੇ ਥਾਂ ਨਹੀਂ ਪੜ੍ਹਨੀ। ਇਹ ਖੁੱਲ੍ਹਾ ਮਸਲਾ ਬਿਆਨ ਫਰਮਾਇਆ ਕਿ ਅਸਰ ਦੀ ਨਮਾਜ਼ ਜਿਨ ਪੜ੍ਹਨੀ ਨਾ ਉੱਥੇ ਜਾ ਕੇ ਪੜ੍ਹਨੀ ਬਨੂ ਕੁਰੈਜ਼ਾ। ਹੁਣ ਚਲਦਿਆਂ ਚਲਦਿਆਂ ਵਕਤ ਹੋ ਗਿਆ, ਦੋ ਗਰੋਹ ਹੋ ਗਏ। ਇਹ ਫਿਕਾ ਵਾਲੇ ਇਮਾਮ ਹੋ ਗਏ ਜਿਨ੍ਹਾਂ ਆਖਿਆ ਯਾਰ ਹਜ਼ੂਰ ਦਾ ਮਨਸ਼ਾ ਸੀ ਵੀ ਜਲਦੀ ਕਰਿਓ, ਜਲਦੀ ਅਸੀਂ ਕੀਤੀ ਮਗਰ ਵਕਤ ਹੋ ਗਿਆ। ਉਹ ਅੱਗੇ ਹੀ ਆਪ ਨੇ ਦੱਸਿਆ ਵਕਤ ਸਿਰ ਨਮਾਜ਼ ਪੜ੍ਹੋ, ਕਿਉਂ ਨਮਾਜ਼ ਦਾਇਕ ਕਰਨੀ, ਨਮਾਜ਼ ਅਸਰ ਪੜ੍ਹੋ ਵਕਤ ਸਿਰ। ਉਹਨਾਂ ਰਾਜ ਪੜ੍ਹ ਲਈ। ਦੂਜਿਆਂ ਆਖਿਆ ਮਗਰਬ ਪੜ੍ਹ ਲਾਂਗੇ, ਇਸ਼ਾ ਪੜ੍ਹ ਲਾਂਗੇ,
اثر نہیں پڑی، اثر اتنے جا کے پڑی 2 گروہ، ایک لفظاں تے جم گئے، فرمان حضور کا ایک ہی ساڈا جا، جدو نبی علیہ السلام نے دسیا آپ نے فیصلہ بھی نہیں سنایا، بیاہ ٹھیک ہے یا نہیں ٹھیک، دونوں کی گل سن کے چپ کر رہے، دونوں نیت لے کے یہ میرے لفظاں تے رہے، انہوں نے مانے غور کیا مطلب جلدی کا تو مقصد کی اس امت نے چڑھتے لہنجے پھیلنا، کوئی عالم فاضل، کوئی ان پڑھ جاہل، سب نے اپنی سمجھ برت لی، اس تو شکر کرو اللہ کریم ہے اور وہ رسول بھی کریم ہے، انہاں تمہیں سارا لے لیا گود چ، تسی ایمانداری نہ گل لبو، اینا کرو پیڑے گروہ بن کے ٹولے میرے نال یہ روٹیاں چلیں، یہ نہ کم کرو، ایمانداری نہ تلاش کرو، پھر تسی 100 راہ تھانی بھی آؤ گے، جنت ہی جاؤ گے، تو جے نیت بد ہوئی تو پاویں لمیاں داڑیاں تو پاویں گٹے نہ گٹا جوڑا جہنم ہی جاؤ گے۔ اللہ تعالیٰ نے اسے ویکھنا ارادہ کی چاہیے، نیتاں صاف کرو، فہم دا اختلاف کوئی ہے۔